ਤਸਵੀਰਾਂ ਵਿੱਚ ਜੋ ਤੁਸੀਂ ਬਜ਼ੁਰਗ ਮਾਤਾ ਦੇਖ ਰਹੇ ਹੋ, ਉਮਰ 90 ਸਾਲ। ਇਸ ਮਾਤਾ ਕੋਲੋਂ ਠੀਕ ਤਰ੍ਹਾਂ ਚੱਲਿਆ ਵੀ ਨਹੀਂ ਜਾ ਰਿਹਾ ਔਰ ਇਸ ਦੇ ਬੱਚਿਆਂ ਵੱਲੋਂ ਇਸ ਮਾਤਾ ਨੂੰ ਘਰੋਂ ਕੱਢਿਆ ਹੋਇਆ, ਜੋ ਆਪਣੀ ਬੇਟੀ ਕੋਲ ਰਹਿਣ ਲਈ ਮਜਬੂਰ ਹੈ ਔਰ ਜਾਇਦਾਦ ਵਿੱਚੋਂ ਵੀ ਹਿੱਸਾ ਕੋਈ ਨਹੀਂ ਮਿਲਿਆ। ਦੱਸ ਦਈਏ ਕਿ ਇੱਥੇ ਕੋਰਟ ਦੇ ਵਿੱਚ ਕੇਸ ਵੀ ਚੱਲ ਰਿਹਾ ਹੈ ਇਸ ਮਾਤਾ ਵੱਲੋਂ। ਅੱਗੇ ਦੇਖਣਾ ਹੋਏਗਾ ਕਿ ਮਾਨਯੋਗ ਅਦਾਲਤ ਕੀ ਫੈਸਲਾ ਦਿੰਦੀ ਹੈ ਇਹਨਾਂ ਦੇ ਹੱਕ ਵਿੱਚ। ਸੋ ਇਸ ਨਿਊਜ਼ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ, ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਹੀ ਇਸ ਪਰਿਵਾਰ ਦੀ ਮਦਦ ਵੀ ਹੋ ਸਕਦੀ ਹੈ, ਕਿਉਂਕਿ ਜ਼ਿੰਦਗੀ ਜੀਣੀ ਬਹੁਤ ਮੁਸ਼ਕਲ ਹੈ ਇਸ ਮਾਤਾ ਦੀ। ਔਰ ਇਹਨਾਂ ਦੇ ਬੇਟੇ ਦਾ ਵੀ ਇੱਕ ਪੱਖ ਤੁਹਾਨੂੰ ਦਿਖਾਉਂਦੇ ਆ ਅੱਗੇ ਜਾ ਕੇ। ਆਓ ਦੇਖਦੇ ਹਾਂ ਪੂਰੀ ਰਿਪੋਰਟ। ਪੁੱਤ ਜ਼ਮੀਨਾਂ ਵੰਡਾਉਂਦੇ ਨੇ ਤੇ ਧੀਆਂ ਦੁੱਖ ਵੰਡਾਉਂਦੀਆਂ ਨੇ। ਗਾਣਿਆਂ ਵਿੱਚ ਵੀ ਤੁਸੀਂ ਸੁਣਿਆ ਔਰ ਕਹਾਵਤਾਂ ਵੀ ਹੈਗੀਆਂ, ਉਹ ਸੱਚੀਆਂ ਨੇ। ਇਸੇ ਤਰ੍ਹਾਂ ਦਾ ਇੱਕ ਮਸਲਾ ਦੀਨਾਨਗਰ ਹਲਕੇ ਦੇ ਵਿੱਚ ਦੋਦਵਾ ਪਿੰਡ ਤੋਂ ਇਹ ਮਾਤਾ ਜੀ ਨੇ। ਇਹਨਾਂ ਦੇ ਨਾਲ ਜੋ ਮੈਂ ਘਟਨਾ ਸੁਣੀ ਹੈ, ਜੋ ਵੇਖਿਆ ਕਿ ਇਹਨਾਂ ਦੇ ਜੋ ਹਸਬੈਂਡ ਸੀ ਉਹ ਜ਼ਮੀਨ ਦੀ ਵਸੀਅਤ ਮੁੰਡਿਆਂ ਦੇ ਨਾਂ ਕਰ ਗਏ ਤੇ ਮੁੰਡਿਆਂ ਨੇ ਮਾਤਾ ਜੀ ਨੂੰ ਕੁਝ ਨਹੀਂ ਦਿੱਤਾ ਤੇ ਮਾਤਾ ਜੀ ਨੂੰ ਇਹਨਾਂ ਦੇ ਜਿਹੜੇ ਹਸਬੈਂਡ ਆ ਉਹ ਕੋਈ ਇੱਕ ਮਰਲਾ ਜ਼ਮੀਨ ਨਹੀਂ ਦੇ ਕੇ ਗਏ। ਉਹ ਇਸ ਵੇਲੇ ਪੂਰੇ ਹੋ ਗਏ ਨੇ। ਮਾਤਾ ਜੀ ਹੁਣ ਆਪਣੀ ਬੇਟੀ ਕੋਲ ਰਹਿ ਰਹੇ ਨੇ। ਸਾਨੂੰ ਪਤਾ ਲੱਗਾ, ਸਾਨੂੰ ਇਹਨਾਂ ਦੀ ਬੇਟੀ ਨੇ ਕਾਲ ਕਰੀ ਆ ਕਿ ਭਾਜੀ ਸਾਡੇ ਪਰਿਵਾਰ ਦੇ ਵਿੱਚ ਸਾਡੇ ਮਾਤਾ ਜੀ ਨਾਲ ਬਹੁਤ ਕਸ਼ਟ ਹੋ ਰਿਹਾ, ਬਹੁਤ ਦੁੱਖ ਹੋ ਰਿਹਾ ਤੇ ਇਹ ਦੁੱਖ ਦੀ ਘੜੀ ਵਿੱਚ ਸਾਡੀ ਇੱਕ ਵਾਰ ਸਾਰ ਜ਼ਰੂਰ ਲਈ ਜਾਵੇ, ਸਾਡਾ ਦੁੱਖ ਸੁਣਿਆ ਜਾਵੇ। ਇੱਥੇ ਇਹਨਾਂ ਦੀ ਬੇਟੀ ਵਿਆਹੀ ਆ, ਪਿੰਡ ਸਿਹੌੜਾ ਪਠਾਨਕੋਟ 'ਚ ਪੈਂਦਾ, ਝੇਲਾ ਸਿਹੌੜਾ। ਇੱਥੇ ਮੈਂ ਇਸ ਪਿੰਡ ਵਿੱਚ ਪਹੁੰਚਿਆ, ਆ ਕੇ ਤੇ ਵੇਖਿਆ ਮਾਤਾ ਜੀ ਨੂੰ। ਮਾਤਾ ਜੀ ਦੀ ਤੋਰ ਵੇਖੀ ਆ, ਤੁਰਦੇ ਕਿਵੇਂ ਨੇ। ਮਾਤਾ ਜੀ ਨੂੰ ਪੁੱਛਦੇ ਆ ਕਿ ਮਾਤਾ ਜੀ ਕੀ ਹਾਲਾਤ ਰਹੇ ਤੁਹਾਡੇ ਘਰ ਦੇ, ਤੁਸੀਂ ਕਿਉਂ ਆਪਣੀ ਬੇਟੀ ਕੋਲ ਆਏ? ਮੈਨੂੰ ਮਾਰਦੇ ਕੁੱਟਦੇ ਹੈ ਤਾਂ ਮੈਂ ਭਈਆ ਸੰਿਆ ਦਾ ਮੈਨੂੰ ਲੈ ਗਏ। ਮੈਂ ਤੁਰ ਨਹੀਂ ਸਕਦੀ, ਕੱਖ ਨਹੀਂ ਕਰ ਸਕਦੀ ਮੈਂ। ਪੋਲੀਓ ਦੇ ਮਰੀਜ਼ ਨੇ ਮਾਤਾ ਜੀ ਕੌਣ ਕੁੱਟਦਾ ਸੀ ਤੁਹਾਨੂੰ? ਸਾਰੇ ਮੁੰਡੇ ਕੁੱਟਦੇ ਸੀ ਤੁਹਾਡੇ? ਵੱਡਾ ਮੁੰਡਾ ਵੀ, ਨੂੰਹ ਵੀ, ਪੁੱਤਰਾ ਨੂੰ ਵੀ। ਪੋਤ ਨੂੰ ਵੀ ਹੈਗੀ ਤੁਹਾਡੀ? ਪੋਤਰਾ ਵੀ ਵਿਆਹਿਆ ਵਾ? ਹਾਂ। ਤੇ ਪੋਤ ਨੂੰ ਵੀ ਕੁੱਟਦੀ ਸੀ? ਉਹ ਵੀ ਨਾਲ ਹੀ ਸਭ ਕੁਝ ਕਰਦੀ ਆ, ਨਾਲ ਹੀ ਹੁੰਦਾ। ਮੈਨੂੰ ਇਹਨਾਂ ਨੇ ਦੱਸਿਆ ਸੀਗਾ ਤੇ ਮੈਂ ਪਿੰਡ ਵਿੱਚ ਗਿਆ ਦੋਦਵਾਂ 'ਚ, ਲੇਕਿਨ ਉਹ ਮੈਨੂੰ ਪਰਿਵਾਰ ਦੇ ਮੈਂਬਰ ਕੋਈ ਘਰ ਨਹੀਂ ਮਿਲੇ। ਉਹ ਕਿਸੇ ਨਿੱਜੀ ਕੰਮ ਵਾਸਤੇ ਬਾਹਰ ਅੰਦਰ ਗਏ ਹੋਏ ਸੀ। ਔਰ ਮੈਂ ਸਿੱਧਾ ਮਾਤਾ ਜੀ ਕੋਲ ਪਹੁੰਚਿਆ। ਇੱਥੇ ਆ ਕੇ ਮਾਤਾ ਜੀ ਹੁਣਾਂ ਦੀ ਗੱਲ ਤੁਹਾਡੇ ਰੂਬਰੂ ਕਰ ਰਹੇ ਆ ਕਿ ਵਾਕਈ ਧੀਆਂ ਦੁੱਖ ਵੰਡਾਉਂਦੀਆਂ ਜਾਂ ਨਹੀਂ। ਇਹ ਇਹਨਾਂ ਦੀ ਬੇਟੀ ਆ। ਭੈਣ ਜੀ, ਕਿੰਨਾ ਸਮਾਂ ਹੋ ਗਿਆ ਮਾਤਾ ਜੀ ਨੂੰ ਤੁਹਾਡੇ ਕੋਲ? ਸਾਡੇ ਕੋਲ 7 ਸਾਲ ਹੋ ਗਿਆ ਇਹਦੇ। 7 ਸਾਲ ਤੋਂ ਇੱਥੇ ਹੀ ਰਹਿ ਰਹੇ ਆ? ਹਾਂਜੀ, ਇੱਥੇ ਰਹਿ ਰਹੇ ਆ। ਜੋ ਖਰਚਾ ਪਾਣੀ ਆ, ਜੋ ਇਹਨਾਂ ਦੀ ਸੇਵਾ, ਦਵਾ ਦਾਰੂ ਜਾਂ ਕਿਸ ਤਰ੍ਹਾਂ, ਸਭ ਤੁਸੀਂ ਕਰ ਰਹੇ ਹੋ? ਹਾਂਜੀ, ਸਾਰੀ ਅਸੀਂ ਕਰ ਰਹੇ ਹਾਂ। ਦਵਾਈ ਦਾਰੂ ਵੀ, ਖਾਣਾ ਪੀਣਾ ਵੀ, ਕੱਪੜਾ ਲੀੜਾ ਵੀ, ਸਭ ਕੁਝ ਅਸੀਂ ਆਪ ਦੇ ਰਹੇ ਹਾਂ। ਅਸੀਂ ਵੇਖਿਆ ਮਾਤਾ ਜੀ ਤੁਰ ਨਹੀਂ ਸਕਦੇ। ਇਹ ਕੋਈ ਸੱਟ ਲੱਗੀ ਆ ਜਾਂ ਇਹ ਬੜੇ ਸਮੇਂ ਤੋਂ ਇਸ ਤਰ੍ਹਾਂ ਪੋਲੀਓ ਹੈ, ਕੀ ਹੈ? ਇਹ ਪੋਲੀਓ ਸ਼ੁਰੂ ਤੋਂ ਹੀ ਆ ਇਹਨਾਂ ਨੂੰ, 6-7 ਸਾਲ ਤੇ ਹੁਣ ਕਮਜ਼ੋਰੀ ਨਾਲ ਨਹੀਂ ਤੁਰ ਪਾਉਂਦੇ। ਸ਼ੁਰੂ ਤੋਂ ਹੀ ਪੋਲੀਓ ਲੱਤ ਨੂੰ। ਔਰ ਇਹਨਾਂ ਦਾ ਘਰ ਵਾਲਾ ਇਹਨਾਂ ਦੇ ਨਾਲ ਨੇਕੀ ਕਰਕੇ ਗਿਆ। ਕਿੰਨੇ ਭਰਾ ਨੇ ਤੁਹਾਡੇ ਭੈਣ ਜੀ? 3 ਭਰਾ ਨੇ, 2 ਭੈਣਾਂ ਆ। ਤਿੰਨੇ ਭਰਾ ਨਹੀਂ ਸਾਂਭਦੇ? ਨਹੀਂ ਸਾਂਭਦਾ ਕੋਈ ਵੀ। ਤੇ ਕੀ ਮਸਲਾ ਕੀ ਪੈ ਗਿਆ? ਉਹ ਜਿਹੜੀ ਜ਼ਮੀਨ ਹੈ ਉਹਦਾ ਮਸਲਾ ਕੀ ਪੈ ਗਿਆ ਤੁਹਾਡਾ? ਮਸਲੇ ਦਾ ਇਹੋ ਹੀ ਆ ਵੀ ਇਹਨਾਂ ਨੇ ਜਾਇਦਾਦਾਂ ਸਾਂਭ ਲਈਆਂ, ਮਾਈ ਨੂੰ ਬਾਹਰ ਕੱਢ ਦਿੱਤਾ ਮਾਰ ਕੁੱਟ ਕੇ। ਤੇ ਮੈਂ ਫਿਰ ਮੈਨੂੰ ਪਤਾ ਲੱਗਾ ਤੇ ਮੈਂ ਜਾ ਕੇ ਫਿਰ ਲੈ ਆਈ ਆਪਦੇ ਕੋਲ। ਤੁਸੀਂ ਕੋਈ ਥਾਣਾ, ਪੁਲਿਸ, ਕਿਸੇ ਸੰਸਥਾ ਵਿੱਚ ਕੋਈ ਕੰਪਲੇਂਟ ਕਿਸੇ ਨੂੰ ਕਰੀ? ਨਹੀਂ, ਅਸੀਂ ਨਹੀਂ ਕੀਤੀ ਕਿਤੇ ਵੀ। ਅਸੀਂ ਸਿੱਧੇ ਕੋਰਟ ਵਿੱਚ ਹੀ ਗਏ ਆ, ਉੱਥੇ ਹੀ ਕੀਤਾ। ਅੱਛਾ, ਤੁਹਾਡਾ ਕੋਰਟ ਵਿੱਚ ਕੇਸ ਚੱਲ ਰਿਹਾ? ਹਾਂਜੀ, ਕੋਰਟ ਵਿੱਚ ਚੱਲ ਰਿਹਾ ਸਾਡਾ ਕੇਸ। ਕਿਸ ਚੀਜ਼ ਦਾ ਕੇਸ ਲਾਇਆ ਤੁਸੀਂ? ਕੀ ਲਾਇਆ ਕੋਰਟ ਦੇ ਵਿੱਚ? ਕੀ ਕਿਹਾ ਵਾ? ਜ਼ਮੀਨ ਦਾ ਲਾਇਆ, ਇਹਦੇ ਨਾਲ ਮਾਤਾ ਨਾਲ ਜਿਹੜੀ ਘਟਨਾ ਹੋਈ ਆ ਇਹਦੇ ਕਰਕੇ ਲਾਇਆ ਕੇਸ ਅਸੀਂ। ਕੀ ਜ਼ਮੀਨ ਦਾ ਲਾਇਆ ਕਿ ਮਾਤਾ ਨੂੰ ਜ਼ਮੀਨ ਦਾ ਕੁਝ ਹਿੱਸਾ ਦਿੱਤਾ ਜਾਵੇ?
ਜ਼ਮੀਨ ਦਾ ਹਿੱਸਾ ਦਿੱਤਾ ਜਾਵੇ। ਇਹਨੂੰ ਘਰੋਂ ਵੀ ਕੱਢ ਦਿੱਤਾ, ਬਾਹਰੋਂ ਵੀ ਕੱਢ ਦਿੱਤਾ, ਕਿਤੋਂ ਵੀ ਨਹੀਂ ਇਹਨੂੰ ਕੁਝ ਵੀ ਮਿਲਿਆ, ਨਾ ਪੈਲੀ ਚੋਂ ਨਾ ਘਰ ਚੋਂ, ਘਰੋਂ ਵੀ ਮਾਰ ਕੁੱਟ ਕੇ ਬਾਹਰ ਕੱਢ ਦਿੱਤਾ। ਤੇ ਜੇ ਮੈਂ- ਬਾਪੂ ਜੀ ਵਸੀਅਤ ਕਰਕੇ ਗਏ, ਤੁਸੀਂ ਵਸੀਅਤ ਵੇਖੀ ਆ, ਪੜ੍ਹੀ ਆ? ਹਾਂਜੀ, ਵਸੀਅਤ ਵਿੱਚ ਕੀ ਕੀਤਾ? ਉਹਦੇ ਵਿੱਚ ਮਾਤਾ ਦਾ ਨਾਂ ਹੀ ਨਹੀਂ ਹੈ ਵਿੱਚ ਲਿਖੇ ਦਾ, ਪੁੱਤਰਾਂ ਦਾ ਹੀ ਨਾਂ ਆ। ਅੱਛਾ, ਪੋਤਰਿਆਂ ਦਾ ਤੇ ਪੁੱਤਰਾਂ ਦਾ ਨਾਂ ਆ, ਲੇਕਿਨ ਮਾਤਾ ਜੀ ਨੂੰ ਕੋਈ ਮਰਲਾ ਜ਼ਮੀਨ ਨਹੀਂ ਵਿੱਚ ਲਿਖ ਕੇ ਦਿੱਤੀ। ਕੋਰਟ ਦੇ ਉੱਤੇ ਫੈਸਲਾ, ਹੁਣ ਤੇ ਕੋਰਟ ਦੀ ਮਰਜ਼ੀ ਚੱਲਣੀ ਆ, ਹੁਣ ਤੇ ਕਿਸੇ ਪੁਲਿਸ ਜਾਂ ਪ੍ਰਸ਼ਾਸਨ ਦੀ ਨਹੀਂ ਚੱਲਣੀ, ਹੁਣ ਤਾਂ ਕੋਰਟ ਦੀ ਚੱਲਣੀ ਹੈ। ਤੇ ਕੋਈ ਹੋਰ ਵੀ ਸੰਸਥਾ, ਕਿਸੇ ਨਾਲ ਰਾਬਤਾ ਤੁਹਾਡਾ ਹੋਇਆ? ਕਿਸੇ ਸੰਸਥਾ ਨੇ ਤੁਹਾਨੂੰ ਪੁੱਛਿਆ ਕਦੀ? ਨਹੀਂ, ਹੋਰ ਨਹੀਂ ਪੁੱਛਿਆ ਕਿਸੇ ਨੇ ਵੀ। ਹੋ ਸਕਦਾ ਸਾਡੀ ਇਹ ਖਬਰ ਸੁਣ ਕੇ ਕੋਈ ਸੰਸਥਾ ਜ਼ਰੂਰ ਤੁਹਾਡੇ ਕੋਲ ਪਹੁੰਚੇ ਔਰ ਤੁਹਾਡੀ ਇਹ ਗੱਲਬਾਤ ਸੁਣੇ ਔਰ ਵੇਖੇ ਕਿ ਤੁਸੀਂ ਕਿਸ ਹਾਲਾਤ ਵਿੱਚ ਹੋ, ਕਿੱਥੇ ਕਿੱਥੇ ਤੁਸੀਂ ਸਹੀ ਹੋ, ਕਿੱਥੇ ਗਲਤ ਹੋ, ਔਰ ਕੀ ਤੁਹਾਨੂੰ ਦੁੱਖ ਹੈ, ਕਿ ਤੁਹਾਡਾ ਸਾਥ ਦੇਵੇ ਕੋਈ ਸੰਸਥਾ। ਇਹ ਅਸੀਂ ਆਪਣੇ ਚੈਨਲ ਦੇ ਰਾਹੀਂ ਵੀ ਇੱਕ ਤੁਹਾਨੂੰ ਅਪੀਲ ਕਰਦੇ ਹਾਂ ਸਾਰੀਆਂ ਸੰਸਥਾ ਨੂੰ ਕਿ ਤੁਹਾਡੀ ਜੋ ਆ ਉਹ ਸੁਣੀ ਜਾਵੇ, ਇੱਕ ਵਾਰ ਤੁਹਾਡੀ ਸਾਰ ਲਈ ਜਾਵੇ। ਇਹ ਪਿੰਡ ਤੁਹਾਡਾ ਇਸ ਵੇਲੇ ਕੀ ਝੇਲਾ ਸੌੜਾ? ਹਾਂਜੀ, ਚੇਲਾ ਸਿਉੜਾ। ਤੁਸੀਂ ਹੁਣ ਉਹ ਜੋ ਕੇਸ ਲਾਇਆ ਵਾ ਉਹ ਕਿੰਨੇ ਸਾਲ ਹੋ ਗਏ? 7 ਸਾਲ ਹੋ ਗਿਆ ਲੱਗੇ ਦੇ ਕੇਸ ਸਾਡਾ। ਔਰ ਮਾਤਾ ਜੀ ਵੱਲੋਂ ਕੇਸ ਹੈ ਜਾਂ ਤੁਹਾਡੇ ਵੱਲੋਂ ਕੋਈ ਅਪੀਲ ਹੈ? ਮਾਤਾ ਵਾਲੋ ਕੇਸ ਹੈ। ਤੇ ਜੋ ਕੇਸ ਕੋਰਟ ਨੇ ਕੀਤਾ ਵਾ ਉਹਦੇ ਵਿੱਚ ਤੁਹਾਡੀਆਂ ਗਵਾਹੀਆਂ ਕੁਝ ਵਗੈਰਾ ਹੋ ਗਈਆਂ? ਹਾਂਜੀ, ਸਾਡੀਆਂ ਹੋ ਗਈਆਂ। ਉਹ ਜਾਂਦੇ ਆ ਤਰੀਕ ਦੇ ਉੱਤੇ? ਹਾਂਜੀ, ਪੋਤਰਾ ਜਾਂਦਾ। ਪੋਤਰਾ ਜਾਂਦਾ, ਪੁੱਤ ਨਹੀਂ ਜਾਂਦੇ? ਨਹੀਂ, ਉਹ ਨਹੀਂ ਜਾਂਦੇ। ਉਹ ਕਿਉਂ ਨਹੀਂ ਜਾਂਦੇ? ਉਹਨਾਂ ਦੀ ਮਰਜ਼ੀ ਆ, ਪੋਤਰਾ ਜਾਂਦਾ। ਚਲੋ, ਕੋਰਟਾਂ ਦੇ ਉੱਤੇ ਇਨਸਾਫ ਦੇ ਉੱਤੇ ਲੋਕਾਂ ਨੂੰ ਬੜੀ ਇਨਸਾਫ ਦੀ ਆਸ ਹੁੰਦੀ ਆ ਕਿ ਕੋਰਟਾਂ ਸੱਚ ਨਿਤਾਰਦੀਆਂ ਵਾ, ਲੇਕਿਨ ਕੁਝ ਹੱਦ ਤੱਕ ਇਹ ਹੈ ਕਿ ਹਾਲ ਦੀ ਘੜੀ ਵਿੱਚ ਇਹ ਵੇਖਿਆ ਜਾਵੇ ਕਿ ਇਹਨਾਂ ਦੇ ਨਾਲ ਮੌਕੇ ਦੇ ਉੱਤੇ ਕੀ ਹੋ ਰਿਹਾ ਔਰ ਕਿਸ ਵਿਵਸਥਾ ਵਿੱਚ ਇਹ ਚੱਲ ਰਹੇ ਆ। ਇਹ ਮਾਤਾ ਜੀ ਚੰਗੇ ਨੇ, ਬੋਲੀ ਥੋੜੀ ਠੀਕ ਹੈ ਔਰ ਸੁਣਦਾ ਥੋੜਾ ਉੱਚੀ ਦੱਸ ਰਹੇ ਸੀ, ਉੱਚੀ ਸੁਣਦਾ, ਸੁਣਦਾ ਥੋੜਾ ਉੱਚੀ ਆ। ਔਰ ਇਹਨਾਂ ਦੇ ਹਸਬੈਂਡ ਜੋ ਆ ਉਹ ਐਕਸਪਾਇਰ ਹੋ ਗਏ ਨੇ, ਇਹਨਾਂ ਨੂੰ ਕੁਝ ਨਹੀਂ ਦੇ ਕੇ ਗਏ ਜ਼ਮੀਨ ਦੇ ਵਿੱਚੋਂ। ਹੁਣ ਧੀਆਂ ਦੀ ਖਬਰ ਅਸੀਂ ਲਗਾਈ ਹੈ ਕਿ ਧੀਆਂ ਆਪਣਾ ਦੁੱਖ ਵੰਡਾ ਰਹੀਆਂ। ਕੋਰਟ ਕੀ ਕਰ ਰਹੀ ਹੈ, ਕੀ ਨਹੀਂ ਕਰ ਰਹੀ ਹੈ, ਮਾਤਾ ਕਿਵੇਂ ਕੋਰਟ ਵਿੱਚ ਪਹੁੰਚ ਰਹੀ ਹੈ, ਕਿਵੇਂ ਨਹੀਂ ਪਹੁੰਚ ਰਹੀ, ਇਹ ਤੇ ਮਾਤਾ ਹੀ ਜਾਣਦੀ ਆ ਔਰ ਇਹ ਧੀ ਜਾਣਦੀ ਆ। ਤੁਸੀਂ ਜਾਂਦੇ ਹੋ ਇਹਨਾਂ ਦੇ ਨਾਲ ਕੋਰਟ 'ਚ? ਹਾਂਜੀ, ਇਹ ਜਾਂਦੇ ਨੇ ਭੈਣ ਜੀ ਕੋਰਟ ਦੇ ਵਿੱਚ ਮਾਤਾ ਦੇ ਨਾਲ, ਔਰ ਮਾਤਾ ਕਿਵੇਂ ਜਾਂਦੀ ਆ ਕੋਰਟ ਦੇ ਵਿੱਚ ਉਹ ਤੇ ਰੱਬ ਹੀ ਜਾਣਦਾ ਹੈ। ਲੇਕਿਨ ਕੁਝ ਫੈਸਲੇ ਜਿਹੜੇ ਆ ਉਹ ਕੋਰਟਾਂ ਨੂੰ ਵੀ ਵੇਖ ਲੈਣੇ ਚਾਹੀਦੇ ਨੇ ਕਿ ਇਹਦਾ ਫੈਸਲਾ ਕਿਵੇਂ ਸੁਣਾਉਣਾ ਔਰ ਕਦੋਂ। ਇਹ ਕੋਰਟ ਦੇ ਹੱਕ ਆ, ਅਸੀਂ ਨਹੀਂ ਕਹਿੰਦੇ ਕਿ ਕੋਰਟ ਦਾ ਕਿਸੇ ਦੇ ਅੱਗੇ ਕੋਈ ਜ਼ੋਰ ਨਹੀਂ, ਕੋਰਟ ਦੇ ਅੱਗੇ ਕਿਸੇ ਦੂਸਰੇ ਦਾ, ਲੇਕਿਨ ਕੋਰਟ ਸੱਚ ਨਿਬੇੜੇਗੀ ਜੋ ਵੀ ਹੋਏਗਾ। ਤੇ ਇਸ ਕਰਕੇ ਹਰ ਸੰਸਥਾ ਨੂੰ ਮੇਰੀ ਇੱਕ ਅਪੀਲ ਹੈ ਪੰਜਾਬ ਦੇ ਵਿੱਚ ਕਿ ਉਹ ਇਸ ਮਾਤਾ ਜੀ ਨੂੰ ਇੱਕ ਵਾਰ ਜ਼ਰੂਰ ਮਿਲਣ। ਇਹਨਾਂ ਦਾ ਨੰਬਰ ਤੁਹਾਡੀ ਸਕਰੀਨ ਦੇ ਉੱਤੇ ਅਸੀਂ ਆਪਣੀ ਸਕਰੀਨ ਤੇ ਚਲਾਵਾਂਗੇ, ਇਹਨਾਂ ਨਾਲ ਕਾਲ ਕਰਕੇ ਇਹਨਾਂ ਨਾਲ ਕੰਟੈਕਟ ਜ਼ਰੂਰ ਕੀਤਾ ਜਾਵੇ ਔਰ ਮਾਤਾ ਜੀ ਹੁਣਾਂ ਦੇ ਨਾਲ ਬਣਦੀ ਇਹਨਾਂ ਨੂੰ ਕੋਈ ਯੋਗਦਾਨ, ਕੋਈ ਸੇਵਾ ਜ਼ਰੂਰ ਪਹੁੰਚਾਈ ਜਾਵੇ। ਭਾਈ ਸਾਹਿਬ ਜੀ, ਕੀ ਨਾਂ ਤੁਹਾਡਾ? ਮੇਰਾ ਨਾਂ ਸਮੇਸ਼ਪਾਲ। ਤੁਹਾਡੀ ਮਾਤਾ ਜੀ ਨੇ ਤੁਹਾਡੇ ਤੇ ਇਲਜ਼ਾਮ ਲਾਏ ਆ ਘਰੋਂ ਕੱਢਣ ਦੇ, ਉਹ ਕੀ ਕਾਰਨ ਹੈ? ਉਹ ਸਾਡੇ ਕੋਲ ਜ਼ਮੀਨ ਲੈਣਾ ਚਾਹੁੰਦੀ ਹੈ, ਵੀ ਪਿਤਾ ਜੀ ਸਾਡੇ ਜ਼ਮੀਨ ਦੇ ਕੇ ਨਹੀਂ ਗਏ ਉਹਨਾਂ ਨੂੰ, ਤਾਂ ਅਸੀਂ ਕਿੱਥੋਂ ਦਈਏ। ਰੋਜ਼ ਲੜਾਈ ਪਈ ਰਹਿੰਦੀ ਹੈ ਇਸੇ ਕੰਮ ਦੀ। ਅੱਛਾ, ਲੜਾਈ ਇਸੇ ਗੱਲ ਦੀ ਆ, ਮਾਤਾ ਜੀ ਜ਼ਮੀਨ ਮੰਗਦੇ ਆ। ਕੀ ਮਾਤਾ ਜੀ ਨੂੰ ਜਿਹੜੀ ਵਸੀਅਤ ਕਰੀ ਆ ਉਹਦੇ ਵਿੱਚ ਮਾਤਾ ਜੀ ਦਾ ਨਾਂ ਨਹੀਂ ਹੈਗਾ? ਨਹੀਂ ਜੀ, ਮਾਤਾ ਜੀ ਰੋਜ਼ ਜ਼ਮੀਨ ਮੰਗਦੀ ਆ ਤੇ ਉਹ ਲੜਾਈ ਕਲਾ ਜਿਹੜੀ ਆ ਕਲਾ ਪੈਂਦੀ ਆ। ਹਾਂਜੀ, ਬਹੁਤ ਜ਼ਿਆਦਾ ਕਲਾ ਪੈਂਦੀ ਹੈ ਕਿ ਮੈਨੂੰ ਜ਼ਮੀਨ, ਮੇਰਾ ਹਿੱਸਾ ਮੈਨੂੰ ਮਿਲੇ। ਜੇ ਹੁਣ ਤੁਹਾਡਾ ਸੁਣਿਆ ਕਿ ਕੋਰਟ ਵਿੱਚ ਕੇਸ ਚੱਲ ਰਿਹਾ, ਉਹਨਾਂ ਮੈਨੂੰ ਦੱਸਿਆ ਕਿ ਕੋਰਟ ਵਿੱਚ ਕੇਸ ਹੈ, ਤੇ ਜੇ ਕੋਰਟ ਤੁਹਾਨੂੰ ਜ਼ਮੀਨ ਜਿਹੜੀ ਆ ਮਾਤਾ ਜੀ ਨੂੰ ਦੇ ਦੇਗੀ ਤੇ ਫਿਰ? ਕੋਰਟ ਦੇ ਦੇ ਤੇ 20 ਵਾਰੀ ਦੇ ਦੇ, ਅਸੀਂ ਸਾਰੀ ਦੇ ਦਿਆਂਗੇ। ਕੋਰਟ ਦੇ ਨਾਲ ਤੁਸੀਂ ਸਹਿਮਤ ਹੋ? ਜੇ ਕੋਰਟ ਕਹਿ ਦਿੰਦੀ ਆ ਕਿ ਮਾਤਾ ਜੀ ਨੂੰ ਜ਼ਮੀਨ ਜਿਹੜੀ ਆ ਉਹ ਮਿਲ ਜਾਏ? ਹਾਂਜੀ, ਅਸੀਂ ਸਹਿਮਤ ਹਾਂ ਕੋਰਟ ਤੇ ਜਰੀਏ। ਕੀ ਨਾਂ ਦੁਬਾਰਾ ਬੋਲਿਓ ਆਪਣਾ ਨਾਂ? ਸਮੇਸ਼ਪਾਲ। ਪਿੰਡ ਤੁਹਾਡਾ? ਦੋਦਮਾ। ਠੀਕ ਹੈ ਭਾਈ ਸਾਹਿਬ, ਅਸੀਂ ਇਹ ਗੱਲ ਜਿਹੜੀ ਹੈ ਉਹ ਤੁਹਾਡੇ ਮੀਡੀਆ ਦੇ ਵਿੱਚ ਚੱਲਣੀ ਆ ਔਰ ਲੋਕਾਂ ਨੂੰ ਇਹ ਸਪਸ਼ਟ ਹੋਣਾ ਹੈ ਕਿ ਮਾਤਾ ਜੀ ਜ਼ਮੀਨ ਮੰਗਦੇ ਆ ਔਰ ਇਸ ਕਰਕੇ ਲੜਾਈ ਰਹਿੰਦੀ ਆ ਔਰ ਮਾਤਾ ਜੀ ਘਰੋਂ ਚਲੇ ਗਏ ਨੇ ਔਰ ਬੇਟੀ ਕੋਲ ਰਹਿੰਦੇ ਆ। ਇਹ ਸੱਚ ਆ ਕਿ ਬੇਟੀ ਕੋਲ ਰਹਿੰਦੇ ਆ? ਹਾਂਜੀ, ਇਹ ਸੱਚ ਹੈ ਜੀ। ਕਿੰਨੇ ਸਾਲ ਹੋ ਗਏ ਰਹਿੰਦੇ ਆ? 6-7 ਸਾਲ ਹੋ ਗਏ ਉਹਨਾਂ ਨੂੰ ਉੱਥੇ ਜੀ। 6-7 ਸਾਲ ਹੋ ਗਏ। ਮੈਂ ਹਰਜਿੰਦਰ ਸਿੰਘ, ਦੀਨਾ ਨਗਰ, ਜ਼ਿਲ੍ਹਾ ਗੁਰਦਾਸਪੁਰ।